श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा कीरत बसरी पुर सरब कर कर पी भरपूर कि दो चंद की चांदनी ज्यों चकोर प्रियरूर जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां पर रहे सत्कारयोग सत्संगी जनो दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की कृपा के सदका रोजाना असी लड़ीवार कथा विचारा सरवण करते हाँ जिस दे विच असी पिछले दीवाना दे विच श्री गुरु नानक प्रकाश पुरब राध अध्याय 17वें के प्रसंग सरवण करते आ रहे हैं। इथों तक विचार असी सरवण कर चुके हैं कि एक दिन भाई बाला जी धन गुरु नानक साहब जी महाराज जी के सन्मुख बेनती करते हैं कि जिस तरह धन गुरु नानक साहब जी महाराज आप कमाई करते हैं हत्थां पैरां दे नाल किरत करते हैं ते इस तरह भाई बाला जी भी धन गुरु नानक साहब जी महाराज जी नूं आखदे ने कि सानू आग्या दिओ असी भी तलवंडी की धरती के उत्ते जाके खेतीबाड़ी का कामकार करना चाहते हैं जिस दे नाल आप कमाई करके साडे घर का गुजारा भी वधिया चल सके। ते धन गुरु नानक साहब जी महाराज भाई बाला जी नूं आखदे ने भी तुसीं साडे नाल ही रहना है जिवें असीं इत्थे मोदीखाने दे विच कार कर रहे हैं तुसीं भी साडे नाल रहना है असीं रल मिल के सारा कार विहार करांगे जे किते साडा होर किते जाण दा मन होया तां असीं तुहानूं अपने नाल ही रखांगे अपने नाल ही लैके जावांगे तुसीं साडे परम मित्र हो। ये विचार सुनदिआं भाई बाला जी धन गुरु नानक साहब जी महाराज जी के चरणों के ढह पे ने
ਪਾਤਸ਼ਾਹ ਜੀ ਨੂੰ ਵੰਦਨਾ ਕੀਤੀ ਹੈ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹਿ ਕੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਹੀ ਰਹਿ ਕੇ ਕਾਰ ਵਿਹਾਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਜੋ ਵੀ ਜੀ ਆਉਂਦਾ ਹੈ ਉਹ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਕੇ ਉਸ ਦਰ ਤੋਂ ਜਾਂਦਾ ਹੈ। ਕੋਈ ਵੀ ਉਸ ਦਰ ਤੋਂ ਖਾਲੀ ਨਹੀਂ ਜਾਂਦਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹਰ ਥਾਂ ਦੇ ਉੱਤੇ ਵਡਿਆਈ ਹੋ ਰਹੀ ਹੈ, ਹਰ ਥਾਂ ਦੇ ਉੱਤੇ ਸ਼ੋਭਾ ਹੋ ਰਹੀ ਹੈ। ਜਿੱਥੇ ਕਿਤੇ ਵੀ ਗਰੀਬ ਲੋਕ ਵਸਦੇ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੋਦੀਖਾਨੇ ਪਹੁੰਚਦੇ ਨੇ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਜਾਂਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਕੀਰਤ ਪਸਰੀ ਪੁਰ ਸਰਬ ਘਰ ਘਰ ਕੀ ਭਰਪੂਰ, ਕਿਦੋ ਚੰਦ ਕੀ ਚਾਂਦਨੀ ਜਿਉ ਚਕੋਰ ਪ੍ਰਿਯਰੂਰ। ਕਿ ਜਿਵੇਂ ਚੰਦ ਦੀ ਚਾਂਦਨੀ ਹੁੰਦੀ ਹੈ, ਚੰਦਰਮਾ ਦੀ ਰੋਸ਼ਨੀ ਹਰ ਥਾਂ ਦੇ ਉੱਤੇ ਪੈਂਦੀ ਹੈ, ਪਰ ਜਿਹੜੀ ਚਕੋਰ ਹੈ ਉਹਦੀ ਚੰਦ ਦੇ ਨਾਲ ਇੰਨੀ ਗਹਿਰੀ ਪ੍ਰੀਤ ਹੈ ਕਿ ਉਹ ਚੰਦ ਦੀ ਰੋਸ਼ਨੀ ਉਸ ਚਕੋਰ ਨੂੰ ਬਹੁਤ ਪ੍ਰਭਾਵਿਤ ਕਰਦੀ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਵਡਿਆਈ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਿਰਤ ਦੀ ਸ਼ੋਭਾ ਹਰ ਘਰ ਘਰ ਦੇ ਵਿੱਚ ਹੋ ਰਹੀ ਹੈ। ਮਾਸ ਮਾਸ ਲੇਖਾ ਹੋਵੇ ਜਾਹੇ ਬਹੀ ਲੈ ਹਾਥ, ਸੰਖਿਆ ਕਰ ਸਭ ਦਿਵਸ ਕੀ ਵੈਸੇ ਲੇਖਕ ਸਾਥ। ਇਸੇ ਤਰ੍ਹਾਂ ਕਹਿੰਦੇ ਮਹੀਨੇ ਦੇ ਮਹੀਨੇ ਬਾਅਦ ਇੱਕ ਮਹੀਨਾ ਬੀਤ ਜਾਣ ਤੇ ਭਾਵ ਹਰ ਮਹੀਨੇ ਹੀ ਉਹ ਸਾਰਾ ਲੇਖਾ ਹੁੰਦਾ ਹੈ। ਜੋ ਕੁਝ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੇਚਿਆ, ਜੋ ਕੁਝ ਵੀ ਖਰੀਦਿਆ, ਉਹ ਸਾਰੇ ਦਾ ਲੇਖਾ ਮਹੀਨੇ ਬਾਅਦ ਹੁੰਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਹੱਥ ਦੇ ਵਿੱਚ ਵਹੀ ਲੈ ਕੇ ਜਾਂਦੇ ਨੇ, ਨਵਾਬ ਦੌਲਤ ਖਾਂ ਦੇ ਕੋਲ ਪਹੁੰਚਦੇ ਨੇ ਤੇ ਨਾਲ ਹੀ ਨਾਲ ਸਾਰੇ ਦਿਨਾਂ ਦੀ ਗਿਣਤੀ ਕਰਕੇ ਜਿਹੜਾ ਉੱਥੇ ਲੇਖਕ ਲੇਖਾ ਲਿਖਣ ਵਾਲਾ ਹੈ ਉਹਨੂੰ ਕੋਲ ਬਿਠਾ ਕੇ ਲੇਖਾ ਕਰਦੇ ਹਨ। ਸੋਰਠਾ ਜਬ ਜਬ ਲੇਖਾ ਹੋਏ ਤਬ ਤਬ ਬਾਦਾ ਨਿਕਸਈ, ਬਿਸਵੈ ਮਨ ਸੁਣ ਲੋਏ ਕੋ ਕਰੇ ਈਰਖਾ। ਕਹਿੰਦੇ ਜਦੋਂ ਜਦੋਂ ਵੀ ਲੇਖਾ ਹੋਇਆ, ਮਹੀਨੇ ਦੇ ਮਹੀਨੇ ਬਾਅਦ ਜਦੋਂ ਵੀ ਹਿਸਾਬ ਕਿਤਾਬ ਕੀਤਾ ਗਿਆ, ਹਿਸਾਬ ਵਧਿਆ ਹੀ ਹੈ, ਕਦੇ ਵੀ ਹਿਸਾਬ ਕਿਤਾਬ ਦੇ ਵਿੱਚ ਘਾਟਾ ਨਹੀਂ ਆਇਆ। ਹਾਲਾਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਲੋੜਵੰਦਾਂ ਦੀ ਮਦਦ ਵੀ ਕਰਦੇ ਨੇ, ਪਰ ਕਦੇ ਵੀ ਹਿਸਾਬ ਦੇ ਵਿੱਚ ਘਾਟਾ ਨਹੀਂ ਆਉਣ ਦਿੰਦਾ। ਤੇ ਇਸੇ ਤਰ੍ਹਾਂ ਹਰੇਕ ਮਹੀਨੇ ਜਦੋਂ ਲੇਖਾ ਹੁੰਦਾ ਹੈ, ਇਸ ਤਰ੍ਹਾਂ ਲੇਖਾ ਜਦੋਂ ਵੱਧ ਹੀ ਨਿਕਲਦਾ ਹੈ ਤਾਂ ਲੋਕ ਇਹ ਸਾਰਾ ਕੁਝ ਸੁਣ ਕੇ ਬਹੁਤ ਪ੍ਰਸੰਨ ਹੁੰਦੇ ਨੇ। ਪਰ ਜਿਨ੍ਹਾਂ ਦੇ ਕੰਮਕਾਰ ਰੁਕ ਗਏ ਨੇ, ਜਿਨ੍ਹਾਂ ਦੇ ਕਾਰ ਵਿਹਾਰ ਰੁਕ ਗਏ ਨੇ, ਜਿਨ੍ਹਾਂ ਨੇ ਕਿਤੇ ਨਾ ਕਿਤੇ ਉਸ ਮੋਦੀਖਾਨੇ ਦੇ ਵਿੱਚ ਠੱਗੀਆਂ ਕਰਕੇ ਆਪਣੇ ਭੰਡਾਰ ਭਰੇ ਹੋਏ ਸਨ, ਹੁਣ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਮੋਦੀਖਾਨੇ ਦੇ ਵਿੱਚ ਮੋਦੀ ਲਗਾਇਆ ਗਿਆ, ਜਿਸ ਤਰ੍ਹਾਂ ਮੋਦੀਖਾਨੇ ਦੇ ਹਿਸਾਬ ਕਿਤਾਬ ਵਿੱਚ ਵਾਧਾ ਹੁੰਦਾ ਹੈ, ਉਹ ਸਾਰੇ ਲੋਕ ਦੇਖ ਕੇ ਕੁਝ ਈਰਖਾ ਵੀ ਕਰਦੇ ਹਨ। ਨਹਿ ਜਾਣੇ ਮਤ ਮੰਦ ਇਹ ਕਰਤਾਰ ਸਰੂਪ ਹੈ, ਆਨੰਦ ਕੰਦ ਮੁਕੰਦ ਜਾਕੋ ਕਛ ਅਚਰਜ ਨਹੀਂ। ਜਿਨ੍ਹਾਂ ਦੀ ਮਤ ਮਾੜੀ ਹੈ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਈਰਖਾ ਕਰਦੇ ਨੇ, ਮਾੜੀ ਬੁੱਧੀ ਵਾਲੇ ਭੈੜੀ ਮਤ ਵਾਲੇ ਲੋਕ ਇਹ ਨਹੀਂ ਜਾਣਦੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਕਰਤਾਰ ਦਾ ਸਰੂਪ ਹਨ, ਉਹ ਆਨੰਦ ਦੇ ਦਾਤੇ ਨੇ। ਜਿਵੇਂ ਭਰੇ ਹੋਏ ਪਾਣੀ ਦੇ ਬੱਦਲ ਧਰਤੀ ਦੇ ਉੱਤੇ ਬਾਰਿਸ਼ ਕਰਦੇ ਨੇ, ਬਰਸਾਤ ਕਰਦੇ ਨੇ, ਬੂੰਦਾਂ ਟਪਕਦੀਆਂ ਨੇ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਹਿਰਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਦਇਆ ਇੰਨੀ ਭਰੀ ਹੋਈ ਹੈ ਕਿ ਕੋਈ ਵੀ ਭਿਖਾਰੀ ਚੱਲ ਕੇ ਆਉਂਦਾ, ਪਾਤਸ਼ਾਹ ਜੀ ਉਸ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ, ਉਸ ਦੀ ਝੋਲੀ ਦੇ ਵਿੱਚ ਦਾਤਾਂ ਪਾਉਂਦੇ ਨੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੁਕਤੀ ਦੇ ਦਾਤੇ ਹਨ। ਉਹਨਾਂ ਵਾਸਤੇ ਕੁਝ ਵੀ ਇਹ ਦੁਨੀਆ ਦੇ ਲੋਕ ਜੋ ਕੁਝ ਵੀ ਆਖਦੇ ਨੇ, ਕੋਈ ਹੈਰਾਨੀ ਕਰਨ ਵਾਲੀ ਗੱਲ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠੇ ਹੋਏ ਨੇ। ਚਾਹੇ ਕੋਈ ਵਡਿਆਈ ਕਰਦਾ ਤਾਂ ਵੀ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਕੋਈ ਪ੍ਰਭਾਵ ਨਹੀਂ ਪੈਂਦਾ, ਚਾਹੇ ਕੋਈ ਉਹਨਾਂ ਦੀ ਨਿੰਦਿਆ ਕਰਦਾ
ਚਾਹੇ ਕੋਈ ਈਰਖਾ ਵਾਲਾ ਸੁਭਾਅ ਲੈ ਕੇ ਆਉਂਦਾ। ਪਰ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਇਹ ਲੋਕਾਂ ਦੀਆਂ ਗੱਲਾਂ ਦਾ, ਲੋਕਾਂ ਦੇ ਵਿਚਾਰਾਂ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਹੀਂ ਪੈਂਦਾ। ਸੁਧ ਨਹਿ ਦੌਲਤ ਖਾਨਾ ਬਾਦ ਦਰਬ ਕੋ ਖੋਬਈ, ਘਾਟਾ ਹੋਏ ਨਿਦਾਨ ਕਹਿਓ ਜਾਏ ਦੁਖ ਪਾਵਈ। ਇਸੇ ਤਰ੍ਹਾਂ ਕਈ ਲੋਕ ਇਹ ਵੀ ਮਨ ਦੇ ਵਿੱਚ ਵਿਚਾਰਾ ਕਰਦੇ ਨੇ ਕਿ ਦੌਲਤ ਖਾਨ ਨੇ, ਲੋਧੀ ਨੇ ਆਪਣੇ ਮੋਦੀ ਖਾਨੇ ਦੇ ਵਿੱਚ ਜਿਹੜਾ ਮੋਦੀ ਰੱਖਿਆ ਉਹ ਬਹੁਤ ਨਾਦਾਨ ਹੈ, ਛੋਟੀ ਉਮਰ ਹੈ, ਉਹਦੀ ਮਤ ਹੋਸ਼ੀ ਹੈ। ਕਈ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਇਹ ਵੀ ਬਚਨ ਕਰਦੇ ਨੇ ਵੀ ਇਸ ਨੂੰ ਹਿਸਾਬ ਕਿਤਾਬ ਦਾ ਪਤਾ ਨਹੀਂ, ਜਦੋਂ ਕਿਤੇ ਚੰਗੇ ਤਰੀਕੇ ਦੇ ਨਾਲ ਲੇਖਾ ਪੜ੍ਹਿਆ ਜਾਵੇਗਾ, ਜਦੋਂ ਫਿਰ ਘਾਟੇ ਦੇ ਵਿੱਚ ਇਹ ਸੌਦਾ ਨਿਕਲਿਆ ਤਾਂ ਫਿਰ ਬੜਾ ਦੁੱਖ ਹੋਵੇਗਾ, ਫਿਰ ਦੌਲਤ ਖਾਂ ਲੋਧੀ ਨੂੰ ਪਛਤਾਵਾ ਹੋਵੇਗਾ। ਕੋ ਅਸ ਕਰਤ ਉਚਾਰ ਕੋਈ ਕਪਾਖਤ ਪਾਰਗਤ, ਦੇਵਤ ਦਾਨ ਉਦਾਰ ਬਰਕਤ ਜਾਂਦੇ ਅਦਕ ਹੈ। ਤੇ ਕਈ ਇਸ ਤਰ੍ਹਾਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਆਖਦੇ ਨੇ ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਨ ਦੁਖੀਆਂ ਦਾ ਆਸਰਾ ਨੇ, ਲੋਕਾਂ ਦਾ ਉਦਾਰ ਕਰਦੇ ਨੇ, ਲੋਕਾਂ ਦੇ ਉੱਤੇ ਦਇਆ ਕਰਦੇ ਨੇ, ਤਰਸ ਕਰਦੇ ਨੇ। ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਭੰਡਾਰਾਂ ਦੇ ਵਿੱਚ ਬਰਕਤਾਂ ਪੈਂਦੀਆਂ ਨੇ, ਕਿਸੇ ਵੀ ਤਰ੍ਹਾਂ ਦਾ ਘਾਟਾ ਨਹੀਂ ਆਉਂਦਾ। ਜਦੋਂ ਵੀ ਹਿਸਾਬ ਕਿਤਾਬ ਕੀਤਾ ਜਾਂਦਾ ਸਾਰਾ ਵੱਧਦਾ ਹੀ ਹੈ। ਸਵਿਆ ਜਾਚਕ ਕੀਤਕ ਦਾਨ ਕੋਲੇ ਤਲਵੰਡੀ ਗਏ ਨੁਤ ਪੂਰ ਉਚਾਰੀ। ਕੁਝ ਕੁ ਮੰਗਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਤਲਵੰਡੀ ਧਰਤੀ ਤੋਂ ਵੀ ਆਏ ਨੇ, ਜਿਹੜਾ ਪਾਤਸ਼ਾਹ ਜੀ ਦਾ ਆਪਣਾ ਨਿੱਜੀ ਨਗਰ ਹੈ ਨਾ, ਜਿਸ ਅਸਥਾਨ ਦੇ ਉੱਤੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਹੈ। ਰਾਏ ਭੋਏ ਦੀ ਤਲਵੰਡੀ ਤੋਂ ਵੀ ਚੱਲ ਕੇ ਕਈ ਮੰਗਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਆਏ ਨੇ, ਕਈ ਲੋੜਵੰਦ ਚੱਲ ਕੇ ਆਉਂਦੇ ਨੇ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਉਹਨਾਂ ਲੋੜਵੰਦਾਂ ਦੀਆਂ ਜ਼ਰੂਰਤਾਂ ਪਾਤਸ਼ਾਹ ਜੀ ਪੂਰੀਆਂ ਕਰਦੇ ਨੇ ਤਾਂ ਉਹ ਸਾਰੇ ਦੇ ਸਾਰੇ ਲੋੜਵੰਦ ਤਲਵੰਡੀ ਦੀ ਧਰਤੀ ਦੇ ਉੱਤੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਹਨ। ਮੋਦੀ ਪਇਓ ਨਿਰਪ ਦੌਲਤ ਖਾਨ ਕੋ ਦਾਨ ਕੋ ਦੈਨ ਕਰਿਓ ਪ੍ਰਣ ਭਾਰੀ। ਤੇ ਇਸੇ ਤਰ੍ਹਾਂ ਫਿਰ ਉਹਨਾਂ ਦੀ ਉਸਤਤ ਕਰਦੇ ਕਰਦੇ ਆਖਦੇ ਨੇ ਕਿ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਨਵਾਬ ਦੌਲਤ ਖਾਂ ਲੋਧੀ ਨੇ ਆਪਣੇ ਦਰ ਦੇ ਉੱਤੇ ਇੱਕ ਮੋਦੀ ਰੱਖਿਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ। ਤੇ ਮਾਨੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮਨ ਦੇ ਵਿੱਚ ਦਾਨ ਦੇਣ ਦੇ ਵਾਸਤੇ ਵੱਡਾ ਭਾਰੀ ਪ੍ਰਣ ਕੀਤਾ ਹੋਇਆ ਹੈ ਵੀ ਭਾਈ ਜਿਹੜਾ ਵੀ ਆਵੇਗਾ ਅਸੀਂ ਉਹਨੂੰ ਦਾਨ ਦੇਵਾਂਗੇ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਸਤਤ ਹੁਣ ਪੂਰੇ ਜਗਤ ਦੇ ਵਿੱਚ ਹੋ ਰਹੀ ਹੈ। ਨੰਗ ਸ਼ੁਦਾ ਤੁਰ ਦੇਖ ਸਕੇ ਨਹਿ ਸੰਪਤ ਬ੍ਰਿਧ ਪਈ ਸੁਖਕਾਰੀ। ਕਹਿੰਦੇ ਜਿਹੜਾ ਵੀ ਉਸ ਦਰ ਦੇ ਉੱਤੇ ਕੋਈ ਤਨ ਤੋਂ ਕੱਪੜਾ ਪਹਿਨਣ ਤੋਂ ਸਖਣਾ ਹੈ, ਜਿਹਦੇ ਕੋਲ ਤਨ ਦੇ ਉੱਤੇ ਕੱਪੜਾ ਪਹਿਨਣ ਦੀ ਸਮਰੱਥਾ ਨਹੀਂ ਹੈ, ਜਿਹੜਾ ਆਪਣੇ ਤਨ ਦੇ ਉੱਤੇ ਪਹਿਨਣ ਦੇ ਲਈ ਕੱਪੜਾ ਖਰੀਦ ਨਹੀਂ ਸਕਦਾ, ਇਹੋ ਜਿਹੇ ਮਨੁੱਖਾਂ ਨੂੰ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵਸਤਰ ਵੀ ਦਾਨ ਕਰਦੇ ਨੇ। ਤੇ ਇਸੇ ਤਰ੍ਹਾਂ ਸੁੱਖਾਂ ਦੇ ਦਾਤੇ ਦੀ ਜਿਹੜੀ ਸੰਪਤੀ ਹੈ ਉਹ ਬਹੁਤ ਵੱਧ ਗਈ ਹੈ। ਪੁੰਨਮਤੀ ਕ੍ਰਿਤ ਧਨਵਤੀ ਜਿਹੇ ਜਾਚਕ ਪਰੀ ਹੈ ਤਾਹੇ ਕੇ ਦਵਾਰੀ। ਇਸੇ ਤਰ੍ਹਾਂ ਕਹਿੰਦੇ ਪੁੰਨ ਵਾਲੀ ਤੇ ਧਨ ਵਾਲੀ ਕਿਰਤ ਕਰਦੇ ਨੇ, ਚੰਗੀ ਕਿਰਤ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇਸੇ ਕਰਕੇ ਜਿਹੜੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਮੰਗਤੇ ਆਉਂਦੇ ਨੇ, ਉਹਨਾਂ ਮੰਗਤਿਆਂ ਦੀ ਭੀੜ ਵੀ ਲੱਗੀ ਰਹਿੰਦੀ ਹੈ ਤੇ ਹਰ ਇੱਕ ਮੰਗਤਾ ਆਪਣੀ ਲੋੜ ਦੇ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਵਸਤੂਆਂ ਪ੍ਰਾਪਤ ਕਰਕੇ ਜਾਂਦਾ ਹੈ। ਜਾਚਕ ਜੇ ਤਲਵੰਡੀ ਹੁਤੇ ਸਭ ਆਪਤ ਭੇਤਨ ਲੈਨ ਕੀ ਆਸਾ। ਜਿੰਨੇ ਵੀ ਲੋੜਵੰਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਪਹੁੰਚਦੇ ਨੇ, ਜਿੰਨੇ ਵੀ ਤਲਵੰਡੀ ਦੇ ਵਿੱਚ ਰਹਿਣ ਵਾਲੇ ਸਨ, ਉਹ ਸਾਰੇ ਦੇ ਸਾਰੇ ਧਨ ਦੀ ਆਸ ਲੈ ਕੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਤਲਵੰਡੀ ਤੋਂ ਚੱਲ ਕੇ ਆਏ ਹਨ। ਜੋ ਜਿਸ ਜਾਚਨਾ ਆਨ ਕਰੀ ਤਸ ਪਾਵਤ ਭੇ ਗਇਓ ਕੋ ਨਾ ਨਿਰਾਸਾ। ਜਿਸ ਤਰ੍ਹਾਂ ਦੀ ਵੀ ਕਿਸੇ ਦੀ ਜ਼ਰੂਰਤ ਸੀ, ਜਿਸ ਤਰ੍ਹਾਂ ਦੀ ਵੀ ਕਿਸੇ ਦੀ ਮਨੋਕਾਮਨਾ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਮਿਲਦੇ ਨੇ, ਸ਼ਰਨ ਦੇ ਵਿੱਚ ਆਉਂਦੇ ਨੇ, ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਨੇ। ਕਹਿੰਦੇ ਕੋਈ ਵੀ ਪਾਤਸ਼ਾਹ ਜੀ ਦੇ ਦਰ ਦੇ ਉੱਤੋਂ ਨਿਰਾਸ਼ ਨਹੀਂ ਗਿਆ।
ਕੀਰਤ ਕੋ ਸੁਨ ਰਾਏ ਬੁਲਾਰੇ ਆਨੰਦਤ ਪ੍ਰਾਪਤ ਜਿਉ ਸੁਖ ਰਾਸਾ। ਹੁਣ ਜਿਹੜੇ ਮੰਗ ਤੇ ਤਲਵੰਡੀ ਤੋਂ ਚੱਲ ਕੇ ਆਏ ਨੇ, ਪਾਤਸ਼ਾਹ ਜੀ ਦੇ ਕੋਲੋਂ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਕੇ ਵਾਪਸ ਤਲਵੰਡੀ ਪਹੁੰਚੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ, ਉਸਤਤ ਕਰਦੇ ਨੇ। ਜਦੋਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਵਡਿਆਈਆਂ, ਉਸਤਤ ਰਾਏ ਬੁਲਾਰ ਜੀ ਨੂੰ ਪਤਾ ਲੱਗੀ ਤਾਂ ਰਾਏ ਬੁਲਾਰ ਜੀ ਦਾ ਮਨ ਇਸ ਤਰ੍ਹਾਂ ਬਹੁਤ ਪ੍ਰਸੰਨ ਹੁੰਦਾ ਵੀ ਜਿਵੇਂ ਕੋਈ ਉਹਨਾਂ ਨੂੰ ਸੁੱਖਾਂ ਦਾ ਖਜ਼ਾਨਾ ਮਿਲ ਗਿਆ ਹੋਵੇ। ਰਾਏ ਬੁਲਾਰ ਜੀ ਨੇ ਜਦੋਂ ਪਾਤਸ਼ਾਹ ਜੀ ਦੀ ਸ਼ੋਭਾ ਹੁੰਦੀ ਸੁਣੀ ਤਾਂ ਰਾਏ ਬੁਲਾਰ ਜੀ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ। ਸੋਚ ਵਿਮੋਚਨ ਸਾਰਸ ਲੋਚਨ ਰੂਪ ਬੇਲੋਕਨ ਚਾਹਤ ਪਾਸਾ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਲੋਕਾਂ ਦੀਆਂ ਸੋਚਾਂ ਨੂੰ ਦੂਰ ਕਰਨ ਵਾਲੇ ਨੇ, ਕਮਲ ਲੈਣ ਵਰਗੇ ਨੇ, ਭਾਵ ਗੁਰੂ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਹੁਣ ਜਦੋਂ ਰਾਏ ਬੁਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ੋਭਾ ਹੁੰਦੀ ਸੁਣੀ ਹੈ ਨਾ ਤਲਵੰਡੀ ਨਗਰ ਦੇ ਵਿੱਚ, ਤਾਂ ਰਾਏ ਬੁਲਾਰ ਜੀ ਦਾ ਮਨ ਦੇ ਵਿੱਚ ਵੀ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਲਾਲਸਾ ਪੈਦਾ ਹੁੰਦੀ ਹੈ। ਸ਼੍ਰੋਣ ਮੈਂ ਕਾਲੂ ਸੁਣੀ ਸੁਤ ਕੀ ਨੁਤ ਚਿਤ ਲਖੀ ਬਿਤ ਇਹ ਕਮਾਈ। ਤੇ ਜਦੋਂ ਬਾਬਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਹ ਵਡਿਆਈ ਹੁੰਦੀ ਸੁਣੀ, ਆਪਣੇ ਪੁੱਤਰ ਦੀ ਪ੍ਰਸ਼ੰਸਾ ਹੁੰਦੀ ਸੁਣੀ, ਤਾਂ ਆਪਣੇ ਪੁੱਤਰ ਦੀ ਸਿਫਤ ਸੁਣੀ ਤਾਂ ਸਮਝ ਗਏ ਨੇ ਵੀ ਮੇਰਾ ਪੁੱਤਰ ਜਿਹੜਾ ਹੈ ਹੁਣ ਧਨ ਕਮਾਉਣ ਯੋਗ ਹੋ ਗਿਆ ਹੈ। ਤਦਪ ਪੂਰ ਉਦਾਰ ਇਹ ਧਨ ਰਾਖਣ ਕੀਮਤ ਤਾਹੇ ਨ ਆਈ। ਜਦੋਂ ਉਹਨਾਂ ਨੇ ਲੋਕਾਂ ਦੇ ਕੋਲੋਂ ਇਹ ਗੱਲਾਂ ਸੁਣੀਆਂ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਵੀ ਉਹਨਾਂ ਦੇ ਦਰ ਦੇ ਉੱਤੇ ਮੰਗਤੇ ਆਉਂਦੇ ਨੇ, ਪਾਤਸ਼ਾਹ ਜੀ ਉਹਨਾਂ ਦੀ ਹਰ ਤਰ੍ਹਾਂ ਦੀ ਫਰਿਆਦ ਪੂਰੀ ਕਰਦੇ ਨੇ। ਜਦੋਂ ਮਹਿਤਾ ਕਾਲੂ ਜੀ ਨੇ ਇਹ ਸਾਰੀਆਂ ਵਿਚਾਰਾਂ ਸੁਣੀਆਂ ਨੇ ਨਗਰ ਦੇ ਮੰਗਤਿਆਂ ਦੇ ਕੋਲੋਂ, ਲੋੜਵੰਦਾਂ ਦੇ ਕੋਲੋਂ ਇਹ ਸਾਰੀ ਵਡਿਆਈ ਸੁਣੀ ਹੈ, ਤਾਂ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਇਹ ਆਉਂਦੀ ਹੈ ਵਿਚਾਰ ਵੀ ਮੈਂ ਆਪਣੇ ਪੁੱਤਰ ਨੂੰ ਜਾ ਕੇ ਸਮਝਾਉਣਾ ਕਰਾਂਗਾ ਵੀ ਧਨ ਨੂੰ ਜੋੜਨਾ ਕਿਸ ਤਰ੍ਹਾਂ ਹੈ। ਕਹਿੰਦੇ ਸ਼ੁਰੂ ਤੋਂ ਹੀ ਉਹਨਾਂ ਦਾ ਇਹ ਸੁਭਾਅ ਰਿਹਾ ਹੈ ਕਿ ਉਹ ਦਿਆਲੂ ਨੇ। ਸ਼ੁਰੂ ਤੋਂ ਹੀ ਉਹਨਾਂ ਦੇ ਸੁਭਾਅ ਦੇ ਵਿੱਚ ਇਹ ਗੁਣ ਰਿਹਾ ਹੈ ਵੀ ਉਦਾਰ ਚਿੱਤ ਨੇ, ਲੋਕਾਂ ਦਾ ਉਦਾਰ ਕਰਦੇ ਨੇ। ਇਸੇ ਕਰਕੇ ਉਹਨਾਂ ਨੂੰ ਹਜੇ ਇਹ ਸਮਝ ਨਹੀਂ ਆਈ ਵੀ ਧਨ ਨੂੰ ਕਿਸ ਤਰ੍ਹਾਂ ਇਕੱਠਾ ਕਰਨਾ ਹੈ। ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਵੀ ਜਦੋਂ ਵੀ ਕਿਤੇ ਮੈਂ ਗਿਆ ਮੈਂ ਉਹਨਾਂ ਨੂੰ ਜਾ ਕੇ ਇਹ ਸਮਝਾਉਣਾ ਕਰਾਂਗਾ। ਹੋ ਅਬ ਜਾਏ ਕਿ ਦਿਓ ਸਿਆਣਪ ਆਨੇ ਹੋ ਜੇ ਤੋ ਕੀਓ ਇਕ ਠਾਈ। ਤੇ ਇਸੇ ਕਰਕੇ ਕਹਿੰਦੇ ਹੁਣ ਮੈਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਜਾ ਕੇ ਆਪਣੇ ਪੁੱਤਰ ਨੂੰ ਸਮਝਾਉਂਦਾ ਵੀ ਹਾਂ ਤੇ ਨਾਲ ਹੀ ਜਾ ਕੇ ਉਹਨੂੰ ਪੁੱਛਦਾ ਵੀ ਭਾਈ ਜਿਹੜੀ ਹੁਣ ਤੱਕ ਤੁਸੀਂ ਕਮਾਈ ਕੀਤੀ ਹੈ, ਜੋ ਕੁਝ ਵੀ ਧਨ ਇਕੱਠਾ ਕੀਤਾ ਹੈ, ਉਹ ਰਕਮ ਤੁਸੀਂ ਮੈਨੂੰ ਸੌਂਪਣਾ ਕਰੋ। ਐਸੇ ਵਿਚਾਰ ਕੇ ਤਿਆਰ ਪਇਓ ਮਿਲਣੇ ਹਿਤ ਜਾਬਤ ਪਾਟੀ ਗਰਾਈ। ਇਸੇ ਤਰ੍ਹਾਂ ਹੁਣ ਮਹਿਤਾ ਕਾਲੂ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਵੀ ਮੈਂ ਆਪਣੇ ਪੁੱਤਰ ਨੂੰ ਦੇਖਣਾ ਚਾਹੁੰਦਾ, ਉਹ ਕਿਰਤ ਕਰਦਾ ਕਿਸ ਤਰ੍ਹਾਂ ਸ਼ੋਭਾ ਪਾਉਂਦਾ ਹੈ। ਦੁਨੀਆ ਦੇ ਲੋਕ ਤਾਂ ਬਥੇਰੀ ਵਡਿਆਈ ਕਰਦੇ ਨੇ, ਮੈਂ ਵੀ ਆਪਣੇ ਅੱਖਾਂ ਦੇ ਨਾਲ ਆਪਣੇ ਪੁੱਤਰ ਨੂੰ ਕੰਮਕਾਰ ਕਰਦਿਆਂ ਦੇਖਣਾ ਚਾਹੁੰਦਾ। ਜਦੋਂ ਇਹ ਸਾਰਾ ਕੁਝ ਵਿਚਾਰ ਮਹਿਤਾ ਕਾਲੂ ਜੀ ਨੇ ਮਨ ਦੇ ਵਿੱਚ ਬਣਾ ਲਏ ਨੇ ਤਾਂ ਮਹਿਤਾ ਕਾਲੂ ਜੀ ਕਹਿੰਦੇ ਸਭ ਤੋਂ ਪਹਿਲਾਂ ਰਾਏ ਬੁਲਾਰ ਦੇ ਪਾਸ ਪਹੁੰਚਦੇ ਨੇ। ਹੋ ਸੁਲਤਾਨਪੁਰੇ ਸੁਧ ਲੇਵਨ ਆਇਸ ਦੇਹ ਕਰੋ ਗਵਨਾ। ਤੇ ਰਾਏ ਬੁਲਾਰ ਜੀ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਨੇ ਮਹਿਤਾ ਕਾਲੂ ਜੀ ਵੀ ਮੈਂ ਆਪਣੇ ਪੁੱਤਰ ਨੂੰ ਮਿਲਣ ਦੇ ਵਾਸਤੇ ਸੁਲਤਾਨਪੁਰ ਜਾਣਾ ਚਾਹੁੰਦਾ ਤੇ ਮੈਨੂੰ ਆਗਿਆ ਬਖਸ਼ਿਸ਼ ਕਰੋ। ਰਾਏ ਕਹੇ ਹਿਤ ਸੋ ਮਿਲਈ ਨ ਕੋ ਬੋਲ ਬਣੋ ਮੁਖ ਤੇ ਕਬਨਾ। ਤੇ ਰਾਏ ਬੁਲਾਰ ਜੀ ਨੇ ਹੁਣ ਮਹਿਤਾ ਕਾਲੂ ਜੀ ਨੂੰ ਆਖਿਆ ਹੈ ਵੀ ਭਾਈ ਤੁਸੀਂ ਆਪਣੀ ਰਸਨਾ ਤੋਂ ਕੋਈ ਕੁਬੋਲ ਨਹੀਂ ਬੋਲਣੇ, ਕੋਈ ਭੈੜੇ ਬਚਨ ਨਹੀਂ ਕਰਨੇ। ਹੁਣ ਨਾ ਉਹਨਾਂ ਦੇ ਨਾਲ ਗੁੱਸੇ ਹੋ ਜਾਇਓ। ਹੁਣ ਤਾਂ ਜਿਵੇਂ ਤੁਸੀਂ ਚਾਹੁੰਦੇ ਸੀ, ਤੁਹਾਡਾ ਮਨ ਸੀ ਵੀ ਮੇਰਾ ਪੁੱਤਰ ਕਮਾਈ ਕਰੇ, ਧਨ ਦੌਲਤ ਇਕੱਠੀ ਕਰੇ, ਕਮਾਈ ਦਾ ਕੋਈ ਨਾ ਕੋਈ ਰੁਜ਼ਗਾਰ ਕਰੇ। ਤੇ ਇਸੇ ਕਰਕੇ ਹੁਣ ਤੁਹਾਡੇ ਅਨੁਸਾਰ ਤੁਹਾਡੇ ਪੁੱਤਰ ਨੇ ਕਿਰਤ ਕਰਨੀ ਸ਼ੁਰੂ ਕੀਤੀ ਹੈ ਤੇ ਇਸ ਕਰਕੇ ਹੁਣ ਉਸ ਥਾਂ ਦੇ ਉੱਤੇ ਜਾ ਕੇ ਆਪਣੇ ਪੁੱਤਰ ਨੂੰ ਪ੍ਰੇਮ ਦੇ ਨਾਲ ਮਿਲਣਾ, ਅਦਬ ਸਤਿਕਾਰ ਦੇ ਨਾਲ ਮਿਲਣਾ ਹੈ। ਕਿਸੇ ਵੀ ਤਰ੍ਹਾਂ ਦੇ ਉਹਨੂੰ ਬੋਲ ਕਬੋਲ ਨਹੀਂ ਆਖਣੇ। ਮੋਦਿਸ ਤੇ ਸਿਰ ਪੈ ਕਰ ਫੇਰੋ ਪ੍ਰੀਤ ਸੋ ਕੰਠ ਕਰੋ ਲਬਨਾ। ਕਹਿੰਦੇ ਜਦੋਂ ਤੁਸੀਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਪਣੇ ਪੁੱਤਰ ਦੇ ਕੋਲ ਪਹੁੰਚ ਗਏ ਨਾ, ਮੇਰੇ ਵੱਲੋਂ ਵੀ ਆਪਣੇ ਪੁੱਤਰ ਨੂੰ ਪਿਆਰ ਬਖਸ਼ਣਾ,
ਉਹਨਾਂ ਦੇ ਸਿਰ ਦੇ ਉੱਤੇ, ਉਹਨਾਂ ਦੇ ਮੱਥੇ ਦੇ ਉੱਤੇ ਪਿਆਰ ਦੇ ਨਾਲ ਹੱਥ ਫੇਰ ਕੇ ਉਹਨਾਂ ਨੂੰ ਦੁਲਾਰਨਾ ਹੈ। ਨਾਲ ਹੀ ਨਾਲ ਉਹਨਾਂ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈ ਕੇ ਉਹਨਾਂ ਨੂੰ ਪਿਆਰ ਦੇਣਾ ਹੈ। ਸਰੋਨਨ ਮੈਂ ਸੁਨ ਬੰਧਨ ਕੀਨ ਮੁਕੰਦ ਪਿਤਾ ਪੁਨਗਾ ਭਵਨਾ। ਇਸੇ ਤਰ੍ਹਾਂ ਮਹਿਤਾ ਕਾਲੂ ਜੀ ਨੇ, ਜੋ ਵੀ ਰਾਏ ਗੁਲਾਰ ਜੀ ਨੇ ਮਹਿਤਾ ਕਾਲੂ ਜੀ ਨੂੰ ਬਚਨ ਆਖੇ ਸਨ, ਮਹਿਤਾ ਕਾਲੂ ਜੀ ਨੇ ਆਪਣੇ ਕੰਨਾਂ ਦੇ ਨਾਲ ਉਹ ਸਾਰੇ ਬਚਨ ਸੁਣੇ ਨੇ ਤੇ ਰਾਏ ਗੁਲਾਰ ਜੀ ਦੇ ਅੱਗੇ ਬੇਨਤੀ ਕੀਤੀ ਹੈ, ਉਹਨਾਂ ਨੂੰ ਵੰਦਨਾ ਕੀਤੀ ਹੈ ਤੇ ਮੁਕਤੀ ਦੇ ਦਾਤੇ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਹੁਣ ਰਾਏ ਗੁਲਾਰ ਜੀ ਦੇ ਦਰ ਦੇ ਉੱਤੋਂ ਚੱਲ ਕੇ ਆਪਣੇ ਨਿੱਜੀ ਘਰ ਵਿੱਚ ਪਹੁੰਚਦੇ ਹਨ। ਮਾਤ ਸੰਦੇਸ਼ ਦਏ ਅਸੂਆ ਭਰ ਤਤ ਕੋ ਮੋਹ ਹਿਰਦੈ ਮੈਂ ਕਨੇਰਾ। ਤੇ ਇਸੇ ਤਰ੍ਹਾਂ ਜਦੋਂ ਮਾਤਾ ਜੀ ਨੂੰ ਪਤਾ ਲੱਗਦਾ ਹੈ ਕਿ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਮੇਰੇ ਪੁੱਤਰ ਨੂੰ ਮਿਲਣ ਦੇ ਵਾਸਤੇ ਮਹਿਤਾ ਕਾਲੂ ਜੀ ਜਾ ਰਹੇ ਨੇ, ਤਾਂ ਮਾਤਾ ਜੀ ਦੇ ਮਨ ਦੇ ਵਿੱਚ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਅਥਾਹ ਪ੍ਰੇਮ ਹੈ, ਅਥਾਹ ਪਿਆਰ ਹੈ, ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਹੁਣ ਮਹਿਤਾ ਕਾਲੂ ਜੀ ਨੂੰ ਅਨੇਕਾਂ ਤਰ੍ਹਾਂ ਦੇ ਸੁਨੇਹੇ ਵੀ ਦਿੰਦੇ ਨੇ ਵੀ ਮੇਰੇ ਪੁੱਤਰ ਨੂੰ ਜਾ ਕੇ ਮੇਰਾ ਸੁਨੇਹਾ ਦੇ ਦੇਣਾ। ਨਾਲ ਹੀ ਨਾਲ ਮਾਤਾ ਜੀ ਨੇ ਆਪਣੇ ਮਨ ਭਰ ਲਿਆ ਹੈ। ਮਾਤਾ ਜੀ ਦੀਆਂ ਹੰਝੂਆਂ ਤੇ ਅੱਖਾਂ ਦੇ ਵਿੱਚ ਹੰਝੂ ਭਰ ਆਏ ਹਨ। ਕਾਲੂ ਤਬੇ ਮਧੁਰਾ ਨਹਿ ਸਕਟਾ ਜੁਰਵਾਏ ਕੈ ਬੈਲਨ ਪਰੇਰਾ। ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਣ ਦੇ ਵਾਸਤੇ ਜਦੋਂ ਮਹਿਤਾ ਕਾਲੂ ਜੀ ਘਰ ਦੇ ਵਿੱਚੋਂ ਚਾਲੇ ਪਾਉਣ ਲੱਗੇ ਨੇ, ਤੇ ਕਹਿੰਦੇ ਸਭ ਤੋਂ ਪਹਿਲਾਂ ਮਹਿਤਾ ਕਾਲੂ ਜੀ ਨੇ ਆਪਣੇ ਨਾਲ ਕੁਝ ਮਠਿਆਈ ਵੀ ਲਈ ਹੈ। ਮਠਿਆਈ ਲੈ ਕੇ ਜਾ ਰਹੇ ਨੇ ਆਪਣੇ ਪੁੱਤਰ ਦੇ ਵਾਸਤੇ। ਨਾਲ ਹੀ ਨਾਲ ਕਹਿੰਦੇ ਇੱਕ ਗੱਡਾ ਜੋੜਿਆ ਬਲਦਾਂ ਦੇ ਨਾਲ, ਤੇ ਇਸੇ ਤਰ੍ਹਾਂ ਜਦੋਂ ਬਲਦਾਂ ਦੇ ਨਾਲ ਗੱਡਾ ਜੋੜਿਆ ਤੇ ਕਹਿੰਦੇ ਉਹ ਬਲਦਾਂ ਨੂੰ ਹੱਕ ਕੇ, ਬਲਦਾਂ ਨੂੰ ਤੋਰ ਕੇ ਸੁਲਤਾਨਪੁਰ ਦੀ ਧਰਤੀ ਦੇ ਵੱਲ ਨੂੰ ਚਾਲੇ ਪਾ ਰਹੇ ਨੇ। ਪੰਥ ਕੋ ਸ਼ੋਰ ਸਬੈ ਕ੍ਰਮ ਸੋਪੁਰ ਪ੍ਰਾਪਤ ਪਾਸੁਤੇ ਆਪਨ ਹੀਰਾ। ਤੇ ਇਸੇ ਤਰ੍ਹਾਂ ਕਹਿੰਦੇ ਹੌਲੀ ਹੌਲੀ ਸਾਰਾ ਪੰਥ, ਸਾਰਾ ਰਸਤਾ ਮੁਕਾਇਆ ਤਲਵੰਡੀ ਤੋਂ ਸੁਲਤਾਨਪੁਰ ਦੀ ਧਰਤੀ ਤੱਕ ਦਾ। ਸਾਰਾ ਰਸਤਾ ਜਦੋਂ ਮੁਕਾ ਦਿੱਤਾ ਤੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਪੁੱਤਰ ਨੂੰ ਹੱਟੀ ਤੇ ਬੈਠਾ ਵੇਖਿਆ ਹੈ। ਠਾਂਡ ਕੀਓ ਸਕਟਾ ਤੇ ਥਾਨ ਤਰੇ ਉਤਰਿਓ ਉਰ ਮੋਹ ਬਧੇਰਾ। ਤੇ ਇਸੇ ਤਰ੍ਹਾਂ ਜਦੋਂ ਆਪਣੇ ਪੁੱਤਰ ਨੂੰ ਉਸ ਸਥਾਨ ਦੇ ਉੱਤੇ ਕਾਰ ਵਿਹਾਰ ਕਰਦੇ ਦੇਖਿਆ ਨਾ, ਤਾਂ ਮਹਿਤਾ ਕਾਲੂ ਜੀ ਨੇ ਆਪਣੇ ਉਸ ਗੱਡੇ ਨੂੰ ਉਸੇ ਦੁਕਾਨ ਦੇ ਅੱਗੇ ਖਿਲਾਰ ਦਿੱਤਾ। ਉਸੇ ਥਾਂ ਦੇ ਉੱਤੇ ਖੜਾ ਕਰਕੇ ਬੜੇ ਪ੍ਰੇਮ ਦੇ ਨਾਲ ਥੱਲੇ ਉਤਰੇ ਨੇ ਤੇ ਮਨ ਦੇ ਵਿੱਚ ਆਪਣੇ ਪੁੱਤਰ ਦੇ ਪ੍ਰਤੀ ਬਹੁਤ ਪਿਆਰ ਵਧਿਆ ਹੈ। ਪੰਕਜ ਨੈਣ ਬਿਲੋਕ ਪਿਤਾ ਦਿਸ਼ ਤੂਰਨ ਧਾਏ ਕੈ ਕੀਨ ਪ੍ਰਣਾਮਾ। ਤੇ ਜਦੋਂ ਹੁਣ ਕਮਲ ਨੈਣ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਤੱਕਿਆ ਹੈ, ਵੀ ਦੇਖਿਆ ਵੀ ਪਿਤਾ ਜੀ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਏ ਨੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਰੰਤ ਅੱਗੇ ਵਧੇ ਨੇ ਤੇ ਮਹਿਤਾ ਕਾਲੂ ਜੀ ਨੂੰ ਪ੍ਰੇਮ ਦੇ ਨਾਲ, ਅਦਬ ਦੇ ਨਾਲ ਪ੍ਰਣਾਮ ਕੀਤਾ ਹੈ। ਕਾਲੂ ਉਠਾਏ ਲਿਓ ਪੁਜ ਕੋ ਗਹਿ ਕੰਠ ਲਗਾਏ ਭਲੇ ਸੁਖ ਧਾਮਾ। ਤੇ ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਣਾਮ ਕਰਨ ਲੱਗੇ ਨੇ ਤੇ ਕਹਿੰਦੇ ਮਹਿਤਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਬਾਹਾਂ ਤੋਂ ਉਹਨਾਂ ਨੂੰ ਫੜ ਕੇ ਆਪਣੇ ਗਲੇ ਦੇ ਨਾਲ ਲਗਾ ਲਿਆ, ਆਪਣੇ ਪੁੱਤਰ ਨੂੰ ਆਪਣੇ ਕੰਠ ਦੇ ਨਾਲ ਲਗਾ ਲਿਆ ਤੇ ਅਥਾਹ ਪਿਆਰ ਬਖਸ਼ਿਸ਼ ਕੀਤਾ ਹੈ। ਹੋ ਪੁਨ ਬੰਧਨ ਜਾਏ ਕਰੀ ਗੁਰੇ ਅੰਗਦ ਜੀ ਸੁਨ ਪੂਰਨ ਕਾਮਾ। ਹੁਣ ਭਾਈ ਵਾਲਾ ਜੀ ਆਖਦੇ ਨੇ ਕਿ ਸਾਰੀਆਂ ਕਾਮਨਾਵਾਂ ਨੂੰ, ਸਾਰੀਆਂ ਮਨੋਕਾਮਨਾਵਾਂ ਨੂੰ ਪੂਰਨ ਕਰਨ ਵਾਲੇ हे ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਸੁਣੋ ਵੀ ਕਿਸ ਤਰ੍ਹਾਂ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਪਿਆਰ ਕੀਤਾ ਹੈ। ਭੁਜ ਕੈਸੇ ਮ ਸਰੀਰ ਕੀਤਾ ਛਿਨ ਬੈਸਿਓ ਪ੍ਰੰਕ ਪਹਿਲੇ ਅਬਿਰਾਮਾ। ਕਹਿੰਦੇ ਆਪਣੇ ਪੁੱਤਰ ਨੂੰ ਜਿੱਥੇ ਪਿਆਰ ਬਖਸ਼ਿਸ਼ ਕੀਤਾ ਉੱਥੇ ਉਹਨਾਂ ਦੇ ਸਰੀਰ ਦੀ ਸੁੱਖ ਸਾਂਦ ਵੀ ਪੁੱਛੀ ਹੈ ਮਹਿਤਾ ਕਾਲੂ ਜੀ ਨੇ, ਵੀ ਤੁਹਾਡੀ ਸਿਹਤ ਕਿਵੇਂ ਹੈ, ਤੁਸੀਂ ਤੰਦਰੁਸਤ ਹੋ, ਚੜ੍ਹਦੀ ਕਲਾ ਦੇ ਵਿੱਚ। ਸਾਰੀ ਵਿਚਾਰ ਚਰਚਾ ਜਦੋਂ ਹੋ ਗਈ, ਕਹਿੰਦੇ ਆਪਣੇ ਪੁੱਤਰ ਨੂੰ ਪਿਆਰ ਦੇ ਨਾਲ ਆਪਣੇ ਨਾਲ ਲੈ ਕੇ ਇੱਕ ਪਲੰਗ ਦੇ ਉੱਤੇ ਦੋਵੇਂ ਪਿਓ ਪੁੱਤਰ ਵਿਰਾਜਮਾਨ ਹੋ ਗਏ ਹਨ। ਹਾਥ ਕੇ ਸਾਥ ਪਲੋਸਤ ਮਾਥ ਅਨਾਥਨ ਨਾਥ ਕੋ ਅੰਕ ਬਸਾਈ। ਕਹਿੰਦੇ ਆਪਣੇ ਹੱਥਾਂ ਦੇ ਨਾਲ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਮੱਥਾ ਪਲੋਸਿਆ ਹੈ, ਮੱਥੇ ਦੇ ਉੱਤੇ ਪਿਆਰ ਦੇ ਨਾਲ ਹੱਥ ਫੇਰਦੇ ਨੇ। ਅਨਾਥਾਂ ਦੇ ਨਾਲ
ਭਾਵ ਗਰੀਬਾਂ ਦੇ ਆਸਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਿੱਥੇ ਪਿਆਰ ਦਿੰਦੇ ਨੇ, ਉੱਥੇ ਕਹਿੰਦੇ ਆਪਣੇ ਪੁੱਤਰ ਨੂੰ ਆਪਣੀ ਗੋਦੀ ਦੇ ਵਿੱਚ ਬਿਠਾਇਆ ਹੋਇਆ ਹੈ। ਮੇਲ ਪਇਓ ਬਹੁ ਕਾਲ ਵਿਖੇ ਮਨ ਪ੍ਰੀਤ ਨਹੀਂ ਕੀਜਈ ਉਪਜਾਈ। ਤੇ ਕਹਿੰਦੇ ਬਹੁਤ ਦੇਰ ਬਾਅਦ ਹੁਣ ਪਿਓ ਪੁੱਤਰ ਦਾ ਮੇਲ ਹੋਇਆ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਚੱਲ ਕੇ ਆਏ ਹੋਏ ਨੇ, ਬਹੁਤ ਚਿਰ ਦੇ ਪਿੱਛੇ ਹੁਣ ਪਿਓ ਪੁੱਤਰ ਦਾ ਆਪਸ ਦੇ ਵਿੱਚ ਮੇਲ ਹੋਇਆ। ਜਿਵੇਂ ਇਸੇ ਤਰ੍ਹਾਂ ਕਈ ਚਿਰਾਂ ਦੇ ਬਾਅਦ ਅਸੀਂ ਮਿਲਦੇ ਆ ਨਾ, ਤਾਂ ਇੱਕੋ ਦਮ ਹੀ ਅਥਾਹ ਪਿਆਰ ਫੁੱਟ ਜਾਂਦਾ। ਸਾਡੇ ਰਿਸ਼ਤੇ ਇਹੋ ਜਿਹੇ ਜੁੜੇ ਹੋਏ ਨੇ। ਤੇ ਇਸੇ ਤਰ੍ਹਾਂ ਹੁਣ ਪਿਓ ਪੁੱਤਰ ਦੀ ਇੱਥੇ ਮਿਲਣੀ ਹੋ ਰਹੀ, ਮਿਲਾਪ ਹੋ ਰਿਹਾ। ਕਹਿੰਦੇ ਇਸ ਲਈ ਇੱਕ ਨਵੇਂ ਪਿਆਰ ਦਾ ਉਤਸ਼ਾਹ ਦੋਨਾਂ ਦੇ ਵਿੱਚ, ਭਾਵ ਪਿਓ ਪੁੱਤਰ ਦੇ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਸੋਦਾ ਵਿਸ਼ੇਖ ਹੀ ਦੇਖ ਨਿਖਦਿਆ ਮੈਂ ਜਾਣ ਸਪੂਤ ਰਹਿਓ ਹਰ ਖਾਈ। ਹੁਣ ਮਹਿਤਾ ਕਾਲੂ ਜੀ ਜਦੋਂ ਪਲੰਗ ਦੇ ਉੱਤੇ ਬੈਠੇ ਬੈਠੇ ਦੁਕਾਨ ਦੇ ਵਿੱਚ ਪੂਰੀ ਦੇ ਵਿੱਚ ਝਾਤ ਮਾਰਦੇ ਨੇ, ਦੇਖਦੇ ਨੇ ਕਿ ਮੇਰੇ ਪੁੱਤਰ ਨੇ ਬਹੁਤ ਜ਼ਿਆਦਾ ਸੌਦਾ ਪਾਇਆ ਹੋਇਆ। ਦੁਕਾਨ ਦੇ ਉੱਤੇ ਹਰੇਕ ਤਰ੍ਹਾਂ ਦੀ ਵਸਤੂ ਰੱਖੀ ਹੋਈ ਹੈ ਤੇ ਮਨ ਦੇ ਵਿੱਚ ਅਨੁਮਾਨ ਲਗਾਉਂਦੇ ਨੇ ਵੀ ਮੇਰਾ ਪੁੱਤਰ ਬਹੁਤ ਖੁਸ਼ ਹੈ। ਹੁਣ ਇਹ ਕਾਰ ਵਿਹਾਰ ਕਰਦੇ ਨੇ ਨਾ, ਕਿਰਤ ਕਰਦੇ ਨੇ, ਕਿਰਤ ਦੇ ਵਿੱਚ ਇਹਨਾਂ ਦਾ ਮਨ ਲੱਗਾ ਹੋਇਆ ਹੈ। ਇਸੇ ਕਰਕੇ ਵਧੀਆ ਤਰੀਕੇ ਦੇ ਨਾਲ ਇਹ ਕਾਰ ਵਿਹਾਰ ਚਲਾਉਂਦੇ ਨੇ ਤੇ ਇਸੇ ਕਰਕੇ ਹੁਣ ਮਹਿਤਾ ਕਾਲੂ ਜੀ ਮਨ ਦੇ ਵਿੱਚ ਬਹੁਤ ਖੁਸ਼ੀ ਮਨਾਉਂਦੇ ਨੇ। ਦੁਵੈ ਘਟਕਾ ਜਬ ਬੀਤ ਗਈ ਤਹਿ ਕਾਲ ਮੈਂ ਕਾਲੂ ਨੇ ਬਨ ਆਲਾਈ। ਇਸੇ ਤਰ੍ਹਾਂ ਕਹਿੰਦੇ ਜਦੋਂ 2 ਘੜੀਆਂ ਦਾ ਸਮਾਂ ਬੀਤ ਗਿਆ ਨਾ, ਕੁਝ ਸਮਾਂ ਵਿਚਾਰ ਚਰਚਾ ਕਰਨ ਤੋਂ ਬਾਅਦ ਜਦੋਂ ਬੀਤ ਜਾਂਦਾ ਹੈ, ਪ੍ਰੇਮ ਭਰੀਆਂ ਗੱਲਾਂ ਕਰਨ ਤੋਂ ਬਾਅਦ ਜਦੋਂ ਸਮਾਂ ਬੀਤਦਾ ਹੈ, ਤਾਂ ਮਹਿਤਾ ਕਾਲੂ ਜੀ ਨੇ ਆਪਣੀ ਰਸਨਾ ਤੋਂ ਕੁਝ ਬਚਨ ਉਚਾਰੇ ਨੇ। ਬਹੁ ਕਾਲ ਪਇਓ ਸੁਲਤਾਨਪੁਰੇ ਕ੍ਰਿਤ ਮੋਦੀ ਤੇ ਕਿੰਨੀ ਹੈ ਕੀਤੀ ਕਮਾਈ। ਕਹਿੰਦੇ ਕਾਲ ਦਾ ਭਾਵ ਹੁੰਦਾ ਸਮਾਂ। ਕਹਿੰਦੇ ਬਹੁਤ ਸਮਾਂ ਤੁਹਾਨੂੰ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਕੰਮ ਕਰਦਿਆਂ ਨੂੰ ਹੋ ਗਿਆ, ਬਹੁਤ ਸਮਾਂ ਬਤੀਤ ਹੋ ਗਿਆ ਵੀ ਤੁਸੀਂ ਇਸ ਸਥਾਨ ਦੇ ਉੱਤੇ ਕੰਮ ਕਰਦੇ ਹੋ। ਕਹਿੰਦੇ ਇਸ ਕਰਕੇ ਹੁਣ ਮੈਨੂੰ ਤੁਸੀਂ ਦੱਸੋ ਵੀ ਇੰਨੇ ਸਮੇਂ ਦੇ ਵਿੱਚ ਕੀ ਕਮਾਈ ਕੀਤੀ ਹੈ। ਸੁਨ ਪੰਕਜ ਲੋਚਨ ਬੈਨ ਪਣੇ ਬਹੁ ਆਨ ਕਮਾਈ ਕਰੀ ਇਹ ਥਾਈ। ਇਹ ਸੁਣ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਨੇ। ਕਹਿੰਦੇ ਪਿਤਾ ਜੀ ਮੈਂ ਬਹੁਤ ਕਮਾਈ ਕੀਤੀ ਹੈ। ਜਦੋਂ ਦਾ ਮੈਂ ਇਸ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆ ਕੇ ਕੰਮ ਸ਼ੁਰੂ ਕੀਤਾ ਹੈ ਨਾ, ਉਸੇ ਦਿਨ ਤੋਂ ਮੈਂ ਅਨੇਕ ਤਰ੍ਹਾਂ ਦੀ ਅਨੇਕ ਪ੍ਰਕਾਰ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਕਮਾਈ ਕੀਤੀ ਹੈ। ਨਹਿ ਹੱਥ ਮੈਂ ਆਥ ਕਰੇ ਥਿਰਤਾ ਉੱਤੇ ਆਬਤ ਹੈ ਇਤ ਕੋ ਚਲ ਜਾਈ। ਕਹਿੰਦੇ ਕਮਾਈ ਤਾਂ ਬਹੁਤ ਕੀਤੀ ਹੈ, ਪਰ ਇਹੋ ਜਿਹੇ ਕਾਰ ਵਿਹਾਰ ਚੱਲ ਰਹੇ ਨੇ, ਦਰ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਮੰਗਤੇ ਵੀ ਆਉਂਦੇ ਨੇ, ਕਿਉਂਕਿ ਮੰਗਤਿਆਂ ਦੀ ਵੱਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹੁੰਦੀ ਸੀ ਤਲਵੰਡੀ ਦੀ ਧਰਤੀ ਦੇ ਉੱਤੇ। ਉਸੇ ਵਡਿਆਈ ਨੂੰ ਸੁਣ ਕੇ ਹੀ ਹੁਣ ਮਹਿਤਾ ਕਾਲੂ ਜੀ ਸੁਲਤਾਨਪੁਰ ਆਏ ਸਨ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਪਿਤਾ ਜੀ ਕਮਾਈ ਤਾਂ ਬਹੁਤ ਹੁੰਦੀ ਹੈ, ਪਰ ਇਸ ਕਮਾਈ ਦਾ ਆਣ ਜਾਣ ਲੱਗਾ ਹੋਇਆ ਹੈ। ਇੱਕ ਹੱਥ ਦੇ ਨਾਲ ਕਮਾਈ ਹੁੰਦੀ ਹੈ ਤੇ ਦੂਜੇ ਹੱਥ ਦੇ ਨਾਲ ਹੀ ਉਸ ਦੇ ਨਾਲ ਕਿਸੇ ਲੋੜਵੰਦ ਦੀ ਜ਼ਰੂਰਤ ਵੀ ਪੂਰੀ ਕਰ ਦਿੱਤੀ ਜਾਂਦੀ ਹੈ। ਕਰ ਇੱਕ ਵਿਰਾਟ ਕਾ ਸੰਚ ਕਰੀ ਨਹਿ ਆਮਦ ਉਹ ਖਰਚੀ ਸਮਤਾਈ। ਤੇ ਕਹਿੰਦੇ ਹੱਥ ਦੇ ਵਿੱਚ ਇੱਕ ਕੋਡੀ ਵੀ ਜੋੜੀ ਨਹੀਂ ਹੈ, ਇੱਕ ਧੇਲਾ ਵੀ ਹੱਥ ਦੇ ਵਿੱਚ ਮੈਂ ਜੋੜਿਆ ਨਹੀਂ। ਤੇ ਇਸੇ ਕਰਕੇ ਕਹਿੰਦੇ ਆਮਦਨ ਅਤੇ ਖਰਚ ਭਾਵ ਬਰਾਬਰ ਹੀ ਹੈ। ਜੋ ਕੁਝ ਵੀ ਆਮਦਨ ਹੁੰਦੀ ਹੈ ਉਨਾ ਕੁ ਹੀ ਖਰਚਾ ਨਿਕਲ ਆਉਂਦਾ ਹੈ, ਉਨੇ ਕੇ ਨਾਲ ਹੀ ਅਸੀਂ ਕਿਸੇ ਨਾ ਕਿਸੇ ਪ੍ਰਕਾਰ ਦੀ ਵਸਤੂ ਖਰੀਦ ਲਿਆਈ ਦੀ ਹੈ। ਦੋਹਰਾ ਤਾਤ ਮੋਹ ਤ੍ਰਿਣ ਸੇਤ ਜਿਉ ਤ੍ਰਿਸ਼ਨਾ ਲਹਿਰ ਪ੍ਰਭੇ ਏਕੇ ਬਾਰ ਬਹਾਏ ਸੋ ਰਹਾ ਨ ਕਛ ਮਨ ਮਾਹੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਣ ਦੇ ਵਾਸਤੇ ਮਹਿਤਾ ਕਾਲੂ ਜੀ ਚੱਲ ਕੇ ਆਏ ਨੇ। ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਜਿੱਥੇ ਪਿਆਰ ਕੀਤਾ ਹੈ ਉੱਥੇ ਹੁਣ ਬਚਨ ਕਰ ਰਹੇ ਨੇ। ਸਵਾਲ ਕੀਤਾ ਵੀ ਭਾਈ ਮੈਨੂੰ ਥੋੜਾ ਬਹੁਤਾ ਹਿਸਾਬ ਕਿਤਾਬ ਮੈਨੂੰ ਵੀ ਦੱਸਣਾ ਕਰੋ, ਕੀ ਕਮਾਈ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਵੀ ਆਮਦਨ ਤੇ ਖਰਚ ਬਰਾਬਰ ਬਰਾਬਰ ਚੱਲਦੇ ਨੇ, ਨਾ ਹੀ ਕੋਈ ਵਾਧਾ ਹੈ ਤੇ ਨਾ ਹੀ ਕੋਈ ਘਾਟਾ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਹ ਵਚਨ ਸੁਣ ਕੇ ਮਹਿਤਾ ਕਾਲੂ ਜੀ ਕੀ ਵਚਨ ਕਰਦੇ ਨੇ,
ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਮਝਾਉਣਾ ਕਰਦੇ ਨੇ। ਰਹਿੰਦੀਆਂ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਿਆ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।